ਇੱਕ ਕੁੜੀ ਆਪਣੇ ਪਿਤਾ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਉਸ ਨੂੰ ਕਿਹੋ ਜਿਹਾ ਸਹੁਰਾ ਪਰਿਵਾਰ ਚਾਹੀਦਾ ਹੈ। ਇਸ ਸੁਹਾਗ ਨੂੰ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਪਿਛਲੇ 2 ਸੁਹਾਗ ਕਰ ਚੁੱਕੇ ਹਾਂ ਉਹਨਾਂ ਬਾਰੇ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਹਾਂ। ਉਸ ਦੇ ਵਿੱਚ ਸੀਗਾ ਸਭ ਤੋਂ ਪਹਿਲਾ ਜਿਹੜਾ ਸਿਰਲੇਖ ਦਿੱਤਾ ਸੀ ਇਹਨਾਂ ਨੇ, ਚੜ੍ਹ ਚੁਬਾਰੇ ਸੁੱਤਿਆ। ਚੜ੍ਹ ਚੁਬਾਰੇ ਸੁੱਤਿਆ ਦੇ ਵਿੱਚ ਇੱਕ ਕੁੜੀ ਆਪਣੇ ਪਿਤਾ ਨੂੰ ਆਪਣੀ ਵਿਆਹ ਦੀ ਇੱਛਾ, ਆਪਣੀ ਵਿਆਹ ਦੀ ਉਮਰ ਹੋਣ ਦਾ ਸੰਕੇਤ ਦਿੰਦੀ ਹੋਈ ਉਸਨੂੰ ਬੇਫਿਕਰ ਹੋ ਕੇ ਸੁੱਤਾ ਪਿਆ ਰਹਿਣ ਦੀ ਗੱਲ ਕਰ ਰਹੀ ਹੈ ਕਿ ਉਸਦੇ ਵਿਆਹ ਦੀ ਉਮਰ ਹੋ ਚੁੱਕੀ ਹੈ, ਤਾਂ ਉਹ ਆਪਣੀ ਵਿਆਹ ਦੀ ਇੱਛਾ ਪ੍ਰਗਟ ਕਰਦੀ ਹੈ। ਤਾਂ ਅਗਲਾ ਜਿਹੜਾ ਸਿਰਲੇਖ ਹੈ, ਬੇਟੀ ਚੰਨਣ ਦੇ ਓਲੇ ਕਿਉਂ ਖੜੀ, ਇਹਦੇ ਵਿੱਚ 2 ਧਿਰਾਂ ਦੇ ਦੁਆਰਾ, ਇੱਕ ਬੇਟੀ ਅਤੇ ਬਾਬਲ, ਦੋਨਾਂ ਦੇ ਵਿੱਚ ਵਾਰਤਾਲਾਪ ਹੈ ਕਿ ਇੱਕ ਪ੍ਰਸ਼ਨ ਹੈ ਤੇ ਉਸ ਦਾ ਜੋ ਜਵਾਬ ਹੈ ਉਹ ਦਰਸਾਇਆ ਗਿਆ ਹੈ, ਜਿਸ ਦੇ ਵਿੱਚ ਇੱਕ ਬੇਟੀ ਗੱਲ ਕਰਦੀ ਹੈ ਕਿ ਉਸ ਨੂੰ ਕਿਹੋ ਜਿਹਾ ਪਤੀ ਚਾਹੀਦਾ ਹੈ। ਤੇ ਅੱਜ ਦਾ ਜਿਹੜਾ ਸਿਰਲੇਖ ਹੈ ਉਸ ਦੇ ਵਿੱਚ ਇਹ ਹੈ ਕਿ ਇਸ ਦੇ ਵਿੱਚ ਬੇਟੀ ਇਹ ਇੱਛਾ ਪ੍ਰਗਟ ਕਰਦੀ ਹੈ ਕਿ ਉਸ ਨੂੰ ਕਿਹੋ ਜਿਹਾ ਸਹੁਰਾ ਪਰਿਵਾਰ ਚਾਹੀਦਾ ਹੈ। ਤਾਂ ਆਓ ਹੁਣ ਆਪਾਂ ਇਸ ਦੀ ਜਿਹੜੀ ਹੈਗੀ ਹੈ ਵਿਆਖਿਆ ਉਹ ਕਰਦੇ ਹਾਂ ਕਿ ਇਸ ਦੇ ਵਿੱਚ ਉਹ ਇੱਕ ਲੜਕੀ ਕੀ ਕਹਿਣਾ ਚਾਹੁੰਦੀ ਹੈ। ਇੱਥੇ ਕਹਿੰਦੇ ਆ, ਦੇਈ ਦੇਈ ਵੇ ਬਾਬਲਾ ਉਸ ਘਰੇ ਜਿੱਥੇ ਸੱਸ ਭਲੀ ਪ੍ਰਧਾਨ ਸਹੁਰਾ ਸਰਦਾਰ ਹੋਵੇ, ਡਾ ਪੀੜਾ ਬਹਿੰਦੀ ਸਾਹਮਣੇ ਵੇ ਮੱਥੇ ਕਦੀ ਨਾ ਪਾਉਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ, ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਹੁਣ ਇੱਥੇ ਇੱਕ ਲੜਕੀ ਕਹਿੰਦੀ ਹੈ ਕਿ ਉਸ ਨੂੰ ਇਹੋ ਜਿਹੇ ਪਰਿਵਾਰ ਦੇ ਵਿੱਚ ਵਿਆਹਿਆ ਜਾਵੇ ਜਿਸ ਦੇ ਵਿੱਚ ਉਸ ਦੀ ਸੱਸ ਜਿਹੜੀ ਹੈ ਉਹ ਪਰਿਵਾਰ ਦੀ ਪ੍ਰਧਾਨ ਹੋਵੇ। ਕਿ ਮਤਲਬ ਕਿ ਜਿੰਨਾ ਵੀ ਪਰਿਵਾਰ ਹੈ ਉਸ ਦੇ ਵਿੱਚ ਸਭ ਤੋਂ ਮੋਢੀ, ਮਤਲਬ ਉਸ ਤੋਂ ਪੁੱਛ ਕੇ ਸਾਰੇ ਗੱਲ ਕਰਦੇ ਹੋਣ, ਉਹ ਇੱਕ ਪਰਿਵਾਰ ਦੀ ਪ੍ਰਧਾਨ ਹੋਣੀ ਚਾਹੀਦੀ ਹੈ। ਅਤੇ ਜਿਹੜਾ ਉਸ ਦਾ ਸਹੁਰਾ ਹੈ, ਜਿਹੜਾ ਉਸ ਦੇ ਬਾਪ ਦੀ ਜਗ੍ਹਾ ਲੈਣ ਵਾਲਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹ ਕਹਿੰਦੀ ਹੈ ਉਸ ਏਰੀਏ ਦਾ ਸਰਦਾਰ ਹੋਵੇ। ਮਤਲਬ ਜਿਸ ਏਰੀਏ ਦੇ ਵਿੱਚ ਉਹ ਰਹਿ ਰਹੇ ਨੇ ਉੱਥੋਂ ਦਾ ਉਹ ਕਹਿੰਦਾ ਕਹਾਉਂਦਾ ਸਰਦਾਰ ਹੋਵੇ, ਉਸ ਏਰੀਏ ਦੇ ਵਿੱਚ ਉਸ ਦੀ ਪੂਰੀ ਜਿਹੜੀ ਹੈਗੀ ਆ ਆਓ ਭਗਤ ਹੁੰਦੀ ਹੋਵੇ, ਪੂਰਾ ਉਸ ਦਾ ਰੁੱਬ ਹੋਵੇ। ਅੱਗੇ ਹੈ, ਡਾ ਪੀੜਾ ਬਹਿੰਦੀ ਸਾਹਮਣੇ, ਪੀੜਾ ਇਸ ਚੁਗਾਟ ਨੂੰ ਕਿਹਾ ਗਿਆ ਹੈ ਜਿਸ ਦੇ ਵਿੱਚ ਕੀ ਹੈ ਕਿ ਇੱਕ ਇਹ ਮੰਜੇ ਟਾਈਪ ਦਾ ਹੁੰਦਾ ਹੈ ਤੇ ਪਰ ਛੋਟਾ ਹੁੰਦਾ ਹੈ। ਤੇ ਇਹ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਆਮ ਹੀ ਇਸ ਨੂੰ ਵਰਤਿਆ ਜਾਂਦਾ ਹੈ ਬੈਠਣ ਵਾਸਤੇ। ਤਾਂ ਕਹਿੰਦੇ ਡਾ ਪੀੜਾ ਬਹਿੰਦੀ ਸਾਹਮਣੇ ਵੀ ਮੇਰਾ ਕਦੇ ਨਾ, ਮੇਰੇ ਮੱਥੇ ਕਦੇ ਨਾ ਪਾਉਂਦੀ ਵੱਟ। ਤਾਂ ਉਹ ਕੀ ਕਹਿੰਦੀ ਆ ਕਿ ਜਿਹੜੀ ਉਸਦੀ ਸੱਸ ਹੈ, ਜਦੋਂ ਉਹ ਇੱਕ ਨੌਂ ਦੇ ਰੂਪ ਵਿੱਚ ਉਸ ਦੇ ਸਾਹਮਣੇ ਇਹ ਪੀੜੀ ਢਾ ਕੇ ਬੈਠਦੀ ਹੋਵੇ ਤਾਂ ਉਸ ਦੇ ਮੱਥੇ ਦੇ ਉੱਤੇ ਕਦੇ ਵੱਟ ਨਾ ਪੈਣ, ਭਾਵ ਕਿ ਉਹ ਉਸ ਉੱਤੇ ਗੁੱਸਾ ਨਾ ਕਰੇ। ਉਹ ਇੰਨੇ ਠੰਡੇ ਸੁਭਾਅ ਦੀ ਹੋਣੀ ਚਾਹੀਦੀ ਹੈ ਕਿ ਉਸ ਨੂੰ ਕਦੇ ਵੀ ਉਸ ਉੱਪਰ ਗੁੱਸਾ ਨਾ ਆਵੇ। ਤਾਂ ਹੁਣ ਡਾ ਪੀੜਾ ਬਹਿੰਦੀ ਸਾਹਮਣੇ ਇੱਕ ਸੰਕੇਤ ਹੈ ਪੰਜਾਬੀ ਸੱਭਿਆਚਾਰ ਦਾ, ਜਿਸ ਦੇ ਵਿੱਚ ਇੱਕ ਨੂੰਹ ਸੱਸ ਦਾ ਬਰਾਬਰ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ। ਮਤਲਬ ਕਿ ਇਸ ਨੂੰ ਰਿਸ਼ਤੇ ਦੇ ਵਿੱਚ ਥੋੜ੍ਹਾ ਜਿਹਾ ਨੀਵਾਂ ਰਹਿਣਾ ਪੈਂਦਾ ਹੁੰਦਾ ਹੈ ਨੂੰਹ ਨੂੰ। ਮਤਲਬ ਕਿ ਜਿਹੜੀ ਨੂੰਹ ਹੈ ਉਹ ਕਦੀ ਵੀ ਧੀ ਦਾ ਦਰਜਾ ਨਹੀਂ ਲੈ ਸਕਦੀ। ਤਾਂ ਇਸ ਦੇ ਵਿੱਚ ਉਹ ਕਹਿੰਦੀ ਹੈ ਕਿ ਜੇ ਉਹ ਕਦੀ ਉਸ ਦੇ ਬਰਾਬਰ ਵੀ ਬੈਠ ਜਾਵੇ ਤਾਂ ਉਸ ਦੀ ਸੱਸ ਕਦੇ ਵੀ ਉਸ ਉੱਪਰ ਗੁੱਸਾ ਨਾ ਕਰੇ, ਕਦੇ ਵੀ ਆਪਣੇ ਮੱਥੇ ਉੱਤੇ ਉਸ ਨੂੰ ਦੇਖ ਕੇ ਵੱਟ ਨਾ ਪਾਵੇ। ਜੇ ਉਸ ਦਾ ਪਿਤਾ ਇਹੋ ਜਿਹੇ ਪਰਿਵਾਰ ਵਿੱਚ ਉਸ ਦਾ ਵਿਆਹ ਕਰਦਾ ਹੈ ਤਾਂ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ, ਇਹ ਸਭ ਤੋਂ ਵੱਡਾ ਦਾਨ ਹੋਵੇਗਾ। ਕਿਉਂਕਿ ਦਾਨ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਕਿਸੇ ਕੁੜੀ ਦਾ ਵਿਆਹ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਇੱਕ ਉਹ ਕੰਨਿਆ ਦਾ ਦਾਨ ਕਰਨਾ ਮਹਾਦਾਨ ਹੁੰਦਾ, ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ। ਤਾਂ ਇਹ ਉਹ ਕਹਿੰਦੀ ਹੈ ਕਿ ਜੋ ਉਹੇ ਜਿਹੇ ਪਰਿਵਾਰ ਵਿੱਚ ਉਸ ਦਾ ਵਿਆਹ ਕਰੇਗਾ ਤਾਂ ਉਸ ਦਾ ਸਭ ਤੋਂ ਵੱਡਾ ਪੁੰਨ ਹੋਵੇਗਾ ਤੇ ਇਸੇ ਨੂੰ ਹੀ ਸਭ ਤੋਂ ਵੱਡਾ ਦਾਨ ਮੰਨਿਆ ਜਾਵੇਗਾ। ਅਗਲੇ ਪਹਿਰੇ ਵਿੱਚ ਉਹ ਕਹਿੰਦੀ ਹੈ, ਦਈ ਦਈ ਵੇ ਬਾਬਲਾ ਉਸ ਘਰੀ ਜਿੱਥੇ ਸੱਸ ਦੇ ਬਾਲੜੇ ਪੁੱਤ, ਇੱਕ ਮੰਗੀਏ ਇੱਕ ਵਿਆਹੀਏ ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਹੁਣ ਉਹ ਇੱਥੇ ਕੀ ਕਹਿੰਦੀ ਹੈ ਕਿ ਜਿਹੜਾ ਉਸਦਾ ਸਹੁਰਾ ਪਰਿਵਾਰ ਹੈ ਉਸ ਦੇ ਵਿੱਚ ਉਸ ਦੀ ਸੱਸ ਦੇ ਬਹੁਤ ਸਾਰੇ ਪੁੱਤਰ ਹੋਣੇ ਚਾਹੀਦੇ ਨੇ। ਤੇ ਇੱਕ ਮੰਗੀਏ ਇੱਕ ਵਿਆਹੀਏ ਵੇ ਮੈਂ ਸ਼ਾਦੀਆਂ ਵੇਖਾਂ ਨਿੱਤ, ਮਤਲਬ ਕਿ ਉਹ ਇੱਕ ਦਾ ਮੰਗਣਾ ਕਰੇ ਤੇ ਇੱਕ ਦਾ ਵਿਆਹ ਕਰੇ, ਮਤਲਬ ਕਿ ਕੰਟੀਨਿਊਸਲੀ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਸ਼ਗਨ ਨੇ, ਸ਼ਗਨਾਂ ਦੇ ਕੰਮ ਨੇ ਉਹ ਹੁੰਦੇ ਰਹਿਣ। ਤਾਂ ਹੁਣ ਇੱਥੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਇਸ ਦੇ ਵਿੱਚ ਉਹ ਕਹਿੰਦੀ ਆ
ਕਿ ਉਸ ਦੀ ਸੱਸ ਦੇ ਜਿਹੜੇ ਬਾਲਣੇ ਪੁੱਤ ਹੋਣ। ਤਾਂ ਹੁਣ ਉਸਨੇ ਕਿਹਾ ਕਿ ਇੱਕ ਮੰਗੀਏ ਇੱਕ ਵਿਆਹੀਏ। ਇਸ ਦਾ ਮਤਲਬ ਹੈ ਕਿ ਜਿਹੜਾ ਉਸਦਾ ਪਤੀ ਹੈ ਉਹ ਘਰ ਦੇ ਵਿੱਚ ਵੱਡਾ ਹੋਵੇ ਤੇ ਬਾਕੀ ਜਿਹੜੇ ਪੁੱਤਰ ਨੇ ਉਸ ਤੋਂ ਛੋਟੇ ਹੋਣ, ਤਾਂ ਜੋ ਉਹ ਉਹਨਾਂ ਦੇ ਕਾਰ ਵਿਹਾਰ ਆਪਣੇ ਹੱਥੀਂ ਕਰ ਸਕੇ, ਆਪਣੀਆਂ ਇੱਛਾਵਾਂ ਦੇ ਅਨੁਸਾਰ ਉਹਨਾਂ ਦੀਆਂ ਖੁਸ਼ੀਆਂ ਨੂੰ ਮੋਹਰੇ ਰੱਖ ਕੇ ਉਹ ਪੂਰੇ ਕਾਰਜ ਕਰੇ। ਤਾਂ ਇੱਥੇ ਉਹ ਘਰ ਦੇ ਵਿੱਚ, ਪਹਿਲਾਂ ਤਾਂ ਉਹ ਘਰ ਦੇ ਵਿੱਚ ਆਪਣੀ ਸੱਸ ਨੂੰ ਪ੍ਰਧਾਨ ਚਾਹੁੰਦੀ ਹੈ। ਦੂਸਰੀ ਹੁਣ ਇਹ ਪੈਰਾ ਹੈ, ਇਸ ਦੇ ਵਿੱਚ ਉਹ ਕਹਿੰਦੀ ਹੈ ਕਿ ਉਹ ਖੁਦ ਇਹ ਸੰਬੋਧਨ ਕਰਦਾ ਹੈ ਕਿ ਉਹ ਵੀ ਉਸਦੇ ਪਰਿਵਾਰ ਦੇ ਵਿੱਚ ਇੱਕ ਵੱਡੀ ਹੋਣਾ ਚਾਹੁੰਦੀ ਹੈ। ਉਹ ਵੀ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਕਾਰ ਵਿਹਾਰ ਦੇ ਵਿੱਚ ਉਹ ਵੀ ਪ੍ਰਧਾਨ ਬਣਨਾ ਚਾਹੁੰਦੀ, ਕਿਉਂਕਿ ਉਸਦੇ ਬਾਲੜੇ ਸਾਰੇ ਪੁੱਤ ਦੀ ਅਗਲੇ ਗੱਲ ਉਹਨੇ ਕੀ ਕੀਤੀ ਕਿ ਉਹਨਾਂ ਨੂੰ ਵਿਆਹ ਉਹ ਰੋਜ਼ ਦੇਖੇ, ਤਾਂ ਉਹਨਾਂ ਦੇ ਸ਼ਗਨ ਕਾਰ ਵਿਹਾਰ ਦੇ ਵਿੱਚ ਉਹ ਵੀ ਸ਼ਾਮਲ ਹੋਵੇ। ਤਾਂ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਬਾਕੀ ਦੇ ਜਿਹੜੇ ਪੁੱਤਰ ਨੇ ਉਹ ਉਸਦੇ ਪਤੀ ਤੋਂ ਛੋਟੇ ਹੋਣੇ ਚਾਹੀਦੇ ਨੇ। ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਉਹ ਕੀ ਕਹਿੰਦੇ, ਜੇ ਉਸਦਾ ਪਿਤਾ ਉਸਨੂੰ ਇਹੋ ਜਿਹੇ ਪਰਿਵਾਰ ਵਿੱਚ ਵਿਆਹੇਗਾ ਤਾਂ ਉਸ ਦਾ ਬਹੁਤ ਵੱਡਾ ਪੁੰਨ ਹੋਵੇਗਾ ਤੇ ਇਸ ਦਾਨ ਨੂੰ ਮਹਾਦਾਨ ਮੰਨਿਆ ਜਾਵੇਗਾ, ਤਾਂ ਇਹ ਸਭ ਤੋਂ ਵੱਡਾ ਦਾਨ ਹੋਵੇਗਾ। ਉਸ ਤੋਂ ਅੱਗੇ ਕਹਿੰਦੇ ਆ ਕਿ ਦੇਈ ਵੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਝੋਟੀਆਂ 60, ਇੱਕ ਰਿੜਕਾ ਇੱਕ ਜਮਾਈ ਸਾਵੇ, ਮੇਰਾ ਚਾਟੀਆਂ ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਹੁਣ ਇੱਥੇ ਉਹ ਕੀ ਕਹਿੰਦੀ ਆ ਕਿ ਉਸ ਨੂੰ ਇਹੋ ਜਿਹੇ ਪਰਿਵਾਰ ਦੇ ਵਿੱਚ ਵਿਆਹਿਆ ਜਾਵੇ ਜਿੱਥੇ ਬੂਰੀਆਂ ਝੋਟੀਆਂ, ਮਤਲਬ ਕਿ ਇਹ ਜਿਹੜੀ ਜਾਨਵਰ ਹੈ ਦੁੱਧ ਦੇਣ ਵਾਲਾ ਜਾਨਵਰ, ਜਿਸ ਦਾ ਰੰਗ ਬਰਾਊਨ ਕਲਰ ਦਾ ਹੁੰਦਾ, ਥੋੜਾ ਰੈਡਿਸ਼ ਬਰਾਊਨ ਹੁੰਦਾ, ਤਾਂ ਉਹਦੇ ਵਿੱਚ ਕਹਿੰਦੇ ਵੀ ਇਸ ਨੂੰ ਉਹਨਾਂ ਨੇ, ਹੁਣ ਦੇਖੋ ਇਸ ਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੀ ਨਸਲ ਵਧੀਆ ਮੰਨੀ ਜਾਂਦੀ ਹੈ। ਤਾਂ ਹੁਣ ਦੁੱਧ ਦੇਣ ਦੇ ਵਿੱਚ ਜਿਹੜੀ ਬੂਰੀ ਝੋਟੀ ਹੈ ਉਸ ਨੂੰ ਚੰਗੀ ਨਸਲ ਮੰਨਿਆ ਜਾਂਦਾ ਹੈ, ਤਾਂ ਉਹ ਵੀ ਕਿੰਨੀਆਂ ਹੋਣੀਆਂ ਚਾਹੀਦੀਆਂ ਨੇ, ਉਹ ਕਹਿੰਦੀ ਹੈ 60 ਹੋਣੀਆਂ ਚਾਹੀਦੀਆਂ ਨੇ। ਤਾਂ ਹੁਣ 60 ਦੇ ਵਿੱਚ ਉਹ ਕੀ ਕਹਿੰਦੀ ਕਿ ਬਈ ਇੰਨਾ ਜ਼ਿਆਦਾ ਦੁੱਧ ਪਾਣੀ ਮਤਲਬ ਹੋਣਾ ਚਾਹੀਦਾ ਘਰ ਦੇ ਵਿੱਚ ਕਿ ਉਹ ਇੱਕ ਰਿੜਕਾਂ ਇੱਕ ਜਮਾਈ ਸਾਵੇ, ਮੇਰਾ ਚਾਟੀਆਂ ਦੇ ਵਿੱਚ ਹੱਥ ਹੈ, ਮਤਲਬ ਕਿ ਉਹ ਇੱਕ ਦੁੱਧ ਦਾ ਰਿੜਕਣਾ, ਜਿਹੜਾ ਇਹ ਵਾਲਾ ਬਰਤਨ ਹੈ ਇਸ ਨੂੰ ਰਿੜਕਣਾ ਕਿਹਾ ਜਾਂਦਾ ਹੈ। ਤਾਂ ਇਸ ਦੇ ਵਿੱਚ ਉਹ ਕੀ ਕਹਿੰਦੀ ਹੈ ਕਿ ਉਹ ਇੱਕ ਨੂੰ ਤਾਂ ਇੱਕ ਦਾ ਦੁੱਧ ਕੱਢ ਕੇ ਮੱਖਣੀ ਕੱਢ ਸਕੇ ਤੇ ਦੂਜਾ ਜਿਹੜਾ ਜੰਮਿਆ ਹੋਇਆ ਤਿਆਰ ਹੋਵੇ, ਤਾਂ ਜੋ ਉਹ ਅਗਲੇ ਨੂੰ ਵੀ ਮੱਖਣ ਬਣਾ ਕੇ ਉਸ ਦਾ ਮੱਖਣ ਅਲੱਗ ਕਰ ਸਕੇ। ਤਾਂ ਹੁਣ ਇਹ ਕੀ ਕਹਿੰਦੀ ਹੈ ਕਿ ਮੇਰਾ ਚਾਟੀਆਂ ਦੇ ਵਿੱਚ ਹੱਥ, ਇੱਕ ਰਿੜਕਾ ਇੱਕ ਜਮਾਇਸਾਂ, ਮਤਲਬ ਇੱਕ ਦਾ ਦੁੱਧ ਜਮਾਵਾਂ ਤੇ ਇੱਕ ਦੇ ਵਿੱਚੋਂ ਮੱਖਣ ਕੱਢਾਂ, ਤਾਂ ਮੇਰਾ ਜਿਹੜਾ ਹੈਗਾ ਕੰਮ ਇਹ ਕੰਟੀਨਿਊਸ ਚੱਲਦਾ ਰਹੇ। ਤਾਂ ਅੱਗੇ ਉਹ ਰਿੜਕਣਾ ਜਿਹੜਾ ਹੈ ਇਸ ਤਰੀਕੇ ਨਾਲ, ਜਿਹੜਾ ਪੁਰਾਣੇ ਸਮੇਂ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਸੀ, ਉਹ ਦੁੱਧ ਇਸ ਚਾਟੀ ਦੇ ਵਿੱਚ ਇਹ ਵਾਲੀ ਮਧਾਣੀ ਪਾ ਕੇ ਰਿੜਕਿਆ ਜਾਂਦਾ ਸੀ ਤੇ ਇਸ ਨੂੰ ਹੱਥਾਂ ਨਾਲ ਰਿੜਕਿਆ ਜਾਂਦਾ। ਜਿਵੇਂ ਅੱਜ ਘਰਾਂ ਦੇ ਵਿੱਚ ਦੁੱਧ ਰਿੜਕਣ ਵਾਲੀਆਂ ਮਸ਼ੀਨਾਂ ਨੇ, ਪਰ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਹੈਗੀ ਆ ਲੱਕੜ ਦੀ ਬਣੀ ਹੋਈ ਇੱਕ ਮਸ਼ੀਨ ਹੁੰਦੀ ਸੀ, ਤਾਂ ਜਿਸ ਨੂੰ ਆਪਣੇ ਹੱਥਾਂ ਨਾਲ ਹੀ ਚਲਾਇਆ ਜਾਂਦਾ ਸੀ। ਤਾਂ ਉਹ ਇਸ ਚੀਜ਼ ਦੀ ਇੱਛਾ ਪ੍ਰਗਟ ਕਰਦੀ ਹੈ ਕਿ ਉਸ ਦਾ ਜਿਹੜਾ ਹੈਗਾ ਸਹੁਰਾ ਪਰਿਵਾਰ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ। ਦੇਵੇਂ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਝੋਟੀਆਂ 60, ਇੱਕ ਰਿੜਕਾ ਇੱਕ ਜਮਾਇਸਾਂ ਤੇ ਮੇਰਾ ਚਾਟੀਆਂ ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਹੁਣ ਇੱਥੇ ਉਹ ਕੀ ਕਹਿੰਦੀ ਹੈ ਕਿ ਉਸਦੇ ਘਰ ਦੇ ਵਿੱਚ ਦੁੱਧ ਦੀ ਕਦੇ ਵੀ ਥੋੜ ਨਹੀਂ ਹੋਣੀ ਚਾਹੀਦੀ, ਦੁੱਧ ਘਿਓ ਉਸਦੇ ਪਰਿਵਾਰ ਦੇ ਵਿੱਚ ਆਮ ਹੋਣਾ ਚਾਹੀਦਾ। ਤਾਂ ਦੇਖੋ ਉੱਥੇ ਹਰ ਇੱਕ ਚੀਜ਼ ਨੂੰ ਸੀਕੁਐਂਸ ਦੇ ਵਿੱਚ ਉਹਨਾਂ ਨੇ ਬਣਾਇਆ ਕਿ ਪਹਿਲਾਂ ਪਰਿਵਾਰ ਵੱਡਾ ਹੋਣਾ ਚਾਹੀਦਾ, ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਜਿਹੜਾ ਦੁੱਧ ਘਿਓ ਹੈ ਉਹ ਵੀ ਨਹੀਂ ਮੁੱਕਣਾ ਚਾਹੀਦਾ। ਤਾਂ ਉਹ ਆਪਣੀ ਹਰ ਇੱਕ ਇੱਛਾ ਨੂੰ ਆਪਣੇ ਪਿਤਾ ਦੇ ਸਾਹਮਣੇ ਉਜਾਗਰ ਕਰਦੀ ਹੈ। ਹੁਣ ਅੱਗੇ ਕੀ ਕਹਿੰਦੀ ਹੈ, ਦੇਈ ਵੇ ਬਾਬਲਾ ਉਸ ਘਰੇ ਜਿੱਥੇ ਦਰਜੀ ਸੀ ਵੇ ਪੱਟ, ਇੱਕ ਪਾਵਾਂ ਇੱਕ ਟੰਗਣੇ ਵੇ, ਮੇਰਾ ਵਿੱਚ ਸੰਦੂਖਾਂ ਹੱਥ, ਬਾਬਲ ਤੇਰਾ ਪੁੰਨ ਹੋਵੇ ਤੇਰਾ ਦਾਨ ਹੋਵੇ। ਤਾਂ ਹੁਣ ਇੱਥੇ ਕੀ ਗੱਲ ਕਰਦੀ ਹੈ ਕਿ ਉਸ ਦੇ ਪਰਿਵਾਰ ਦੇ ਵਿੱਚ ਇੱਕ ਦਰਜੀ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਹੋਵੇ, ਤਾਂ ਜੋ ਕਹਿੰਦੀ ਉਹਨੂੰ ਕੱਪੜਾ ਲੱਤਾ ਪਾਉਣ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਾ ਆਵੇ। ਉਹ ਇੱਕ ਪਾਵੇ ਤੇ ਇੱਕ ਟੰਗਣੇ, ਮਤਲਬ ਕਿ ਇੱਦਾਂ ਹੈਂਗ ਕਰਨਾ ਜਿਸ ਨੂੰ ਕਹਿੰਦੇ, ਉਹਨੂੰ ਟੰਗਣਾ ਕਿਹਾ ਜਾਂਦਾ ਹੈ। ਤਾਂ ਉਹ ਕੀ ਕਹਿੰਦੇ, ਉਹ ਇੱਕ ਸੂਟ ਪਾਵੇ ਤੇ ਦੂਜਾ ਕਦੀ ਟੰਗ ਕੇ, ਮਤਲਬ ਉਹ ਰੱਖ ਕੇ ਭੁੱਲੇ ਉਸ ਕੋਲ ਇੰਨੇ ਕੱਪੜੇ ਹੋਣੇ ਚਾਹੀਦੇ ਨੇ। ਤੇ ਕਹਿੰਦੀ ਮੇਰਾ ਵਿੱਚ ਸੰਦੂਖਾਂ ਦੇ ਹੱਥ, ਤੇ ਮੇਰੇ ਕੋਲ ਇੰਨਾ ਸਮਾਨ ਹੋਣਾ ਚਾਹੀਦਾ ਕਿ ਮੇਰਾ ਜਿਹੜਾ ਹੱਥ ਹੈ ਉਹ ਅਲਮਾਰੀ ਵਿੱਚ ਹੋਵੇ।
ਤਾਂ ਇਸ ਦੇ ਵਿੱਚ ਉਹ ਕੀ ਕਹਿੰਦੀ ਹੈ ਕਿ ਸੰਦੂਕ ਕਿਸ ਨੂੰ ਕਿਹਾ ਗਿਆ ਹੈ, ਜਿਹੜਾ ਪੁਰਾਣੇ ਸਮੇਂ ਦੇ ਵਿੱਚ ਇਹ ਲੱਕੜ ਦੇ ਬਾਕਸੇ ਬਣੇ ਹੁੰਦੇ ਸੀ, ਜਿਹੜੇ ਕਾਫੀ ਅਲਮਾਰੀ ਤਰ੍ਹਾਂ ਦੇ ਵੱਡੇ ਹੁੰਦੇ ਸੀ, ਪਰ ਇਹਨਾਂ ਦੇ ਜਿਹੜੇ ਦਰਵਾਜ਼ੇ ਹੁੰਦੇ ਸੀ ਉਹ ਬਹੁਤ ਛੋਟੇ ਹੁੰਦੇ ਸੀ। ਸੰਦੂਕ ਦੀ ਇੱਕ ਇਹੀ ਵਿਸ਼ੇਸ਼ਤਾ ਹੈ, ਇੱਕ ਲੱਕੜ ਦਾ ਬਣਿਆ ਹੁੰਦਾ ਤੇ ਇਹਦਾ ਦਰਵਾਜ਼ਾ ਸਿਰਫ ਇੰਨਾ ਕੁ ਹੀ ਹੁੰਦਾ ਹੈ, ਬਾਕੀ ਜਿਹੜਾ ਹੈਗਾ ਇਹ ਸਾਰਾ ਫਿਕਸ ਬੰਦ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਉਹ ਕੀ ਕਹਿੰਦੀ ਕਿ ਉਸ ਦਾ ਜਿਹੜਾ ਸੰਦੂਕ ਹੈ ਉਸ ਦੇ ਵਿੱਚ ਉਸ ਕੱਪੜਿਆਂ ਦੇ ਨਾਲ ਭਰਿਆ ਹੋਵੇ, ਤਾਂ ਉਹ ਟੰਗਣੀਆਂ ਕਹਿੰਦੀ ਹੈ ਜਿਹੜੀਆਂ ਜਿਨ੍ਹਾਂ ਉੱਪਰ ਕੱਪੜਿਆਂ ਨੂੰ ਟੰਗਿਆ ਜਾਂਦਾ ਹੈ, ਤਾਂ ਉਹ ਵੀ ਇੰਨੀਆਂ ਹੋਣੀਆਂ ਚਾਹੀਦੀਆਂ ਕਿ ਉਹ ਜਿਹੜੇ ਆਪਣੇ ਕੱਪੜੇ ਨੇ ਉਹ ਰੱਖ ਕੇ ਭੁੱਲੇ। ਅੱਗੇ ਕਹਿੰਦੀ ਹੈ ਦਈ ਵੇ ਬਾਬਲਾ ਉਸ ਘਰੇ ਜਿੱਥੇ ਘਾੜ ਘੜੇ ਸੁਨਿਆਰ, ਪੁੰਨ ਹੋਵੇ ਤੇਰਾ ਦਾਨ ਹੋਵੇ ਇੱਕ ਪਾਵਾਂ ਦੂਜਾ ਡੱਬੜ, ਵੇ ਮੇਰਾ ਡੱਬਿਆਂ ਦੇ ਵਿੱਚ ਹੱਥ, ਬਾਬਲ ਤੇਰਾ ਪੁੰਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ ਤੇਰਾ ਪੁੰਨ ਹੋਵੇ। ਤਾਂ ਉਹ ਕੀ ਕਹਿੰਦੀ ਕਿ ਉਸ ਦੇ ਘਰ ਦੇ ਵਿੱਚ ਇੱਕ ਦਰਜੀ ਦੇ ਨਾਲ ਇੱਕ ਸੁਨਿਆਰਾ ਵੀ ਹੋਣਾ ਚਾਹੀਦਾ ਹੈ। ਸੁਨਿਆਰਾ ਇੱਦਾਂ ਦਾ ਕਿ ਉਹ ਇੰਨੇ ਗਹਿਣੇ ਬਣਾਵੇ ਕਿ ਉਹ ਜਿਹੜੇ ਜਿੰਨੇ ਗਹਿਣਿਆਂ ਨੂੰ ਰੱਖ ਕੇ ਸੰਭਾਲ ਕੇ ਜਿਹੜਾ ਹੈਗਾ ਰੱਖੇ। ਤੇ ਕਹਿੰਦੇ ਇੱਕ ਮੈਂ ਪਾਵਾਂ ਤੇ ਇੱਕ ਬਕਸਾ ਜਿਹੜਾ ਹੈਗਾ ਗਹਿਣੇ ਰੱਖਣ ਵਾਲਾ ਜਿਹੜਾ ਬਾਕਸ ਹੁੰਦਾ ਉਸ ਦੀ ਗੱਲ ਕਰਦੀ ਹੈ ਕਿ ਉਹ ਇੰਨੇ ਗਹਿਣੇ ਉਸ ਦੇ ਕੋਲ ਹੋਣੇ ਚਾਹੀਦੇ ਨੇ ਕਿ ਇੱਕ ਉਹ ਆਪਣੇ ਗਲ ਵਿੱਚ ਪਾਵੇ ਤੇ ਦੂਜਾ ਜਿਹੜਾ ਹੈਗਾ ਉਹਨਾਂ ਨੂੰ ਸਾਂਭ ਕੇ ਰੱਖ ਦੇਵੇ। ਤਾਂ ਉਹ ਇਹੋ ਜਿਹਾ ਪਰਿਵਾਰ ਚਾਹੁੰਦੀ ਹੈ ਅਖੀਰ ਦੇ ਵਿੱਚ ਕਿ ਜਿਸ ਦੇ ਵਿੱਚ ਹਰ ਇੱਕ ਸੁੱਖ ਸੁਵਿਧਾ ਮਿਲੇ। ਤਾਂ ਹੁਣ ਇੱਥੇ ਦੇਖੋ ਗੱਲ ਇਹ ਹੈ ਕਿ ਉਹ ਆਪਣੀ ਇੱਛਾਵਾਂ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣਾ ਚਾਹੁੰਦੀ ਹੈ। ਇੱਥੇ ਹੁਣ ਆਪਣੀ ਜਿਹੜੀ ਸਰਲ ਸਹਿਤ ਵਿਆਖਿਆ ਜਿਹੜੀ ਹੈ ਇਸ ਸੁਹਾਗ ਦੀ ਉਹ ਪੂਰੀ ਹੁੰਦੀ ਹੈ, ਪਰ ਇਸ ਦੇ ਵਿੱਚ ਜਿਹੜੀ ਆਮ ਵਿਸ਼ੇਸ਼ ਗੱਲ ਹੈ ਉਹ ਇਹ ਹੈ ਕਿ ਇੱਕ ਕੁੜੀ ਆਪਣੀਆਂ ਇੱਛਾਵਾਂ ਦੱਸਦੀ ਹੈ ਆਪਣੇ ਪਿਤਾ ਨੂੰ ਕਿ ਉਹਦਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਤੇ ਕਿਹੋ ਜਿਹਾ ਉਸਦਾ ਪਰਿਵਾਰ ਹੋਣਾ ਚਾਹੀਦਾ। ਹੁਣ ਦੇਖੋ ਉਹ ਆਪਣੀਆਂ ਇੱਛਾਵਾਂ ਦੱਸਦੀ ਹੈ, ਇੱਛਾਵਾਂ ਦੇ ਨਾਲ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣਾ ਚਾਹੁੰਦੀ ਹੈ। ਜਿਸ ਤਰੀਕੇ ਨਾਲ ਉਹ ਕਹਿੰਦੀ ਹੈ ਕਿ ਉਸ ਦਾ ਜਿਹੜਾ ਪਰਿਵਾਰ ਹੈ ਉਹ ਇੰਨਾ ਵੱਡਾ ਹੋਣਾ ਚਾਹੀਦਾ ਹੈ ਕਿ ਉਹ ਹਰ ਇੱਕ ਦਾ ਜਿਹੜਾ ਵਿਆਹ ਆਪਣੇ ਹੱਥੀਂ ਕਰੇ ਤੇ ਦੂਜਾ ਉਸ ਦੇ ਵਿੱਚ ਜਿਹੜੇ ਕੰਮ ਵੀ ਕਹਿੰਦੀ ਉਹ ਕਦੇ ਵੀ ਕੰਮ ਕਰਨ ਤੋਂ ਕਦੀ ਨਹੀਂ ਕਤਰਾਉਂਦੀ, ਕਿਉਂਕਿ ਉਹ ਕਹਿੰਦੀ ਬੁਰੀਆਂ ਝੋਟੀਆਂ 60 ਹੋਣ ਤੇ ਇੱਕ ਦੁੱਧ ਰਿੜਕਾਂ ਤੇ ਇੱਕ ਜਮਾਵਾਂ। ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਦੀ, ਉਹ ਇਹੋ ਜਿਹਾ ਪਰਿਵਾਰ ਚਾਹੁੰਦੀ ਹੈ ਜਿਸ ਦੇ ਵਿੱਚ ਉਸ ਨੂੰ ਸਾਰੀਆਂ ਸੁੱਖ ਸੁਵਿਧਾਵਾਂ ਹੋਣ ਤੇ ਨਾਲ ਉਸ ਦੀਆਂ ਕੁਝ ਜ਼ਿੰਮੇਵਾਰੀਆਂ ਨੇ ਜੋ ਉਹਨਾਂ ਨੂੰ ਵੀ ਉਹ ਪੂਰਾ ਕਰਨਾ ਚਾਹੁੰਦੀ ਹੈ। ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਅੱਜ ਦਾ ਸੁਹਾਗ ਦਈ ਵੇ ਬਾਬਲਾ ਉਸ ਘਰੇ ਇਹ ਪੂਰਾ ਹੁੰਦਾ ਹੈ। ਤੇ ਇਸ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਗਿਆ ਹੈ ਕਿ ਇੱਕ ਔਰਤ ਇੱਕ ਕੁੜੀ ਉਸ ਦੀਆਂ ਇੱਛਾਵਾਂ ਕੀ ਹਨ। ਪਹਿਲੇ ਦੇ ਵਿੱਚ ਉਹਨੇ ਕਿਹਾ ਕਿ ਵਿਆਹ ਦੀ ਇੱਛਾ ਹੈ, ਦੂਜੇ ਦੇ ਵਿੱਚ ਉਸਨੇ ਕਿਹਾ ਕਿ ਉਸਨੂੰ ਕਿਹੋ ਜਿਹਾ ਪਤੀ ਚਾਹੀਦਾ ਹੈ, ਤੀਸਰਾ ਜਿਹੜਾ ਅੱਜ ਦਾ ਵਿਸ਼ਾ ਸੀ ਉਸ ਦੇ ਵਿੱਚ ਉਹ ਕੀ ਕਹਿੰਦੀ ਕਿ ਉਸਦਾ ਪਤੀ ਦਾ ਜਿਹੜਾ ਪਰਿਵਾਰ ਹੈ ਜਿਸ ਦੇ ਪਰਿਵਾਰ ਦੇ ਵਿੱਚ ਉਸਨੇ ਜਾਣਾ ਹੈ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਅਮੀਰ ਹੋਣਾ ਚਾਹੀਦਾ ਹੈ, ਉਸਦਾ ਪਰਿਵਾਰ ਵੱਡਾ ਹੋਣਾ ਚਾਹੀਦਾ ਹੈ, ਮਤਲਬ ਹਰ ਇੱਕ ਸੁੱਖ ਸੁਵਿਧਾ ਉਸ ਪਰਿਵਾਰ ਦੇ ਵਿੱਚ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਅੱਜ ਦਾ ਲੈਕਚਰ ਚੰਗਾ ਲੱਗਾ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੈਂਕ ਯੂ।